ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਬੁਲਾਵੈ ਤਿਉ ਬੋਲਹਿ ਸੁਆਮੀ, ਕੁਦਰਤ ਕਾਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਆਤ ਪਿਆਰੀ। ਅਗਮ ਅਗੋਚਰ ਸਚ ਸਾਹਿਬ ਮੇਰਾ, ਨਾਨਕ ਬੋਲਾਇਆ ਬੋਲੇ ਤੇਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ, ਜੋ ਆਪ ਜੀ ਅੰਮ੍ਰਿਤ ਵੇਲੇ ਜਾਗ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨ ਰੂਪੀ ਇਸ ਕਾਲ ਨੂੰ ਸਫਲਾ ਕਰ ਰਹੇ ਹੋ। ਅਤੀ ਭਾਗਾਂ ਵਾਲੇ ਹੋ ਜੋ ਸਤਿਗੁਰੂ ਨੂੰ ਯਾਦ ਕਰਦੇ ਹੋ। ਆਓ, ਜੋ ਚੱਲ ਰਹੀ ਲੜੀਵਾਰ ਵਿਚਾਰ ਤਵ ਪ੍ਰਸਾਦ ਸਵਈਏ ਜਾਂ ਅੰਮ੍ਰਿਤ ਸਵਈਏ ਕਹਿ ਲਓ, ਸੁਦਾ ਸਵਈਏ, ਜਿਨ੍ਹਾਂ ਦੀ 2 ਪੌੜੀਆਂ ਦਾ ਜ਼ਿਕਰ ਸਤਿਗੁਰੂ ਦੀ ਬਖਸ਼ਿਸ਼ ਦੇ ਸਦਕੇ ਹੋਇਆ ਸੀ, ਅੱਜ ਵੀ ਸਤਿਗੁਰ ਰਹਿਮਤ ਕਰਨ ਤੀਜੀ ਪੌੜੀ ਦੀ ਵਿਚਾਰ ਅਸੀਂ ਮਿਲ ਬੈਠ ਕੇ ਸਾਂਝ ਕਰਨੀ ਹੈ। ਅੱਜ ਸਾਵਣ ਦੀ ਸੰਗਰਾਂਦ ਦਾ ਦਿਹਾੜਾ ਹੈ, ਔਰ ਨਾਲ ਹੀ ਜਿਸ ਤਰ੍ਹਾਂ ਭਾਈ ਸਾਹਿਬ ਵੀਰ ਜੀ ਨੇ ਦੱਸਿਆ ਕਿ ਧੰਨ ਧੰਨ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਵੀ ਹੈ। ਸੋ ਉਹਨਾਂ ਨੂੰ ਕੋਟਾਨ ਕੋਟ ਪ੍ਰਣਾਮ, ਮਹਾਰਾਜ ਕਿਰਪਾ ਕਰਨ। ਆਓ ਆਪਣੀ ਮਨ ਬਿਰਤੀ ਇਕਾਗਰ ਕਰੀਏ, ਧਿਆਨ ਸੁਰਤ ਗੁਰੂ ਦੇ ਸ਼ਬਦ ਦੇ ਵਿੱਚ, ਗੁਰੂ ਦੇ ਵਿਚਾਰ ਵਿੱਚ ਜੁੜਨ ਦਾ ਯਤਨ ਕਰੀਏ। ਮਨ ਦੀ ਗਹਿਰਾਈਆਂ ਨਾਲ ਕਹੋ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਚੱਲ ਰਹੀ ਲੜੀਵਾਰ ਸ੍ਰੀ ਤਵ ਪ੍ਰਸਾਦ ਸਵਈਏ ਦੀ ਬਾਣੀ ਵਿੱਚ 2 ਪੌੜੀਆਂ ਦੀ ਵਿਚਾਰ ਅਸੀਂ ਕੀਤੀ ਹੈ। ਅੱਜ ਤੀਜੀ ਪੌੜੀ ਦੀ ਵਿਚਾਰ ਹੋਣੀ ਹੈ, ਪਰ ਉਹ ਪਹਿਲੀ ਜੋ ਦੂਜੀ ਪੌੜੀ ਪੜ੍ਹੀ ਹੈ ਉਹਦੇ ਨਾਲ ਹੀ ਇੱਕ ਕੰਸਰਨ ਹੈ। 2 ਪੌੜੀਆਂ ਦਾ ਕੰਸੈਪਟ ਹੈ ਦਿੱਤਾ ਹੈ, ਜੋ ਰਾਜੇ ਮਹਾਰਾਜਿਆਂ ਬਾਰੇ, ਜੋ ਅਸੀਂ ਪਿਛਲੀ ਪੌੜੀ ਵਿੱਚ ਪੜ੍ਹਿਆ ਸੀ ਕਿ ਉਹ ਰਾਜੇ ਜਿਨ੍ਹਾਂ ਕੋਲ ਮਸਤ ਹਾਥੀ ਨੇ ਔਰ ਸੋਨੇ ਦੇ ਨਾਲ ਜੜੇ ਹੋਏ ਔਰ ਉੱਚੇ ਕੱਦ ਵਾਲੇ ਸੁੰਦਰ ਰੰਗ ਨੇ, ਸਵਰੇ ਹੋਏ ਨੇ, ਔਰ ਜਿਨ੍ਹਾਂ ਕੋਲ ਕਰੋੜਾਂ ਹੀ ਘੋੜੇ ਨੇ, ਔਰ ਘੋੜੇ ਵੀ ਇਸ ਤਰ੍ਹਾਂ ਦੇ ਨੇ, ਕੁੱਦਦੇ ਨੇ ਜਿਸ ਤਰ੍ਹਾਂ ਹਿਰਨ ਕੁੱਦਦੇ ਨੇ, ਔਰ ਉਸ ਤਰ੍ਹਾਂ ਭੱਜਦੇ ਨੇ ਜਿਸ ਤਰ੍ਹਾਂ ਹਵਾ ਨੂੰ ਵੀ ਮਾਤ ਦੇ ਦਿੰਦੇ ਨੇ, ਭਾਵ ਕਿ ਹਵਾ ਨੂੰ ਵੀ ਪਿੱਛੇ ਛੱਡ ਦਿੰਦੇ ਨੇ। ਮਹਾਰਾਜ ਕਹਿੰਦੇ ਨੇ ਇੰਨੀ ਵੱਡੀ ਭੁਜਾਵਾਂ ਦੇ ਜਿਹੜੇ ਬਾਹੂਬਲੀ ਵੀ ਹੋਏ ਨੇ, ਉਹ ਵੀ ਉਹਨਾਂ ਮਹਾਰਾਜਿਆਂ ਦੇ ਕੋਲ ਜਾ ਕੇ ਸੀਸ ਨਿਭਾਉਂਦੇ ਹਨ। ਅਤੇ ਫਿਰ ਅਖੀਰ ਵਿੱਚ ਉਹਨਾਂ ਨੇ ਦੂਜੀ ਪੌੜੀ ਵਿੱਚ ਕਿਹਾ, ਏਤੇ ਭਏ ਤੂੰ ਕਾ ਭਏ ਭੂਪਤ, ਅੰਤ ਕੋ ਨਾਂਗੇ ਹੀ ਪਾਏ ਪਦਾਰੇ। ਕੀ ਹੋਇਆ, ਇੰਨੇ ਨੇ ਵੱਡੇ ਰਾਜੇ ਆਏ, ਪਰ ਅੰਤ ਸਮੇਂ ਉਹ ਨੰਗੇ ਹੀ, ਭਾਵ ਦੁਨੀਆ ਤੋਂ ਖਾਲੀ ਚਲੇ ਗਏ। ਹੁਣ ਉਸੇ ਰਾਜੇ ਦੀਆਂ ਗੱਲ ਗੁਰੂ ਸਾਹਿਬ ਹੁਣ ਫਿਰ ਉਸ ਰਾਜਿਆਂ ਦਾ ਜ਼ਿਕਰ ਕਰ ਰਹੇ ਹਨ, ਕਿਉਂਕਿ ਕਹਿੰਦੇ ਨੇ ਜਿਨ੍ਹਾਂ ਕੋਲ ਇਤਨੇ ਸਾਜੋ ਸਾਜ ਹਨ, ਇਤਨੇ ਲੋਹ ਲਸ਼ਕਰ ਹੈ, ਇਤਨੇ ਘੋੜੇ ਹਾਥੀ ਨੇ, ਜਿਨ੍ਹਾਂ ਨੂੰ ਵੱਡੇ ਵੱਡੇ ਰਾਜੇ ਵੀ ਨਮਸਕਾਰ ਕਰਦੇ ਨੇ। ਅਤੇ ਹੁਣ ਤੀਜੀ ਪੌੜੀ ਵਿੱਚ ਮਹਾਰਾਜ ਕਹਿੰਦੇ ਨੇ, ਜੀਤ ਫਿਰੈ ਸਭ ਦੇਸ ਦਿਸਾਨ ਕੋ,
ਬਾਜਤ ਢੋਲ ਮਿਰਦੰਗ ਨਗਾਰੇ। ਕਹਿੰਦੇ ਨੇ ਉਹ ਰਾਜੇ, ਭਾਵ ਕਿ ਇੰਨੇ ਪਾਵਰਫੁਲ ਸ਼ਕਤੀਸ਼ਾਲੀ ਰਾਜੇ ਜੀਤ ਲੈਣ ਫਿਰੇ, ਜੀਤਦੇ ਫਿਰਦੇ ਹੋਣ, ਭਾਵ ਸਭ ਕਿਹਨੂੰ, ਸਭ ਦੇਸ਼ ਦਿਸਾਨ, ਦਿਸ ਆਨ, ਆਪਣੇ ਦੇਸ਼ ਨੂੰ ਤੇ ਜਿੱਤਿਆ ਹੀ ਹੈ, ਆਨ ਹੋਰ ਵੀ ਦੇਸ਼ਾਂ ਨੂੰ, ਭਾਵ ਕਿ ਉਹ ਵੱਡੇ ਵੱਡੇ ਰਾਜੇ ਜਿਨ੍ਹਾਂ ਨੂੰ ਬਹੁਤ ਦੇਸ਼ਾਂ ਨੂੰ ਆਪਣੇ ਸਮੇਤ ਕਈ ਦੇਸ਼ਾਂ ਨੂੰ ਜਿੱਤਦੇ ਹੋਏ, ਦੇ ਦਿਸਾਨ ਕੋ ਬਾਜਤ ਢੋਲ, ਉਹਨਾਂ ਦੀ ਖੁਸ਼ੀ ਵਿੱਚ ਢੋਲ ਵੱਜਦੇ ਹੋਣ। ਦੇਖੋ ਜਦ ਕੋਈ ਬੰਦਾ ਜਿੱਤ ਕੇ ਆਉਂਦਾ ਹੈ, ਇਲੈਕਸ਼ਨ ਹੁੰਦੇ ਨੇ, ਢੋਲ ਵੱਜਦੇ ਨੇ ਨਾ। ਇਸੇ ਤਰ੍ਹਾਂ ਜਦੋਂ ਮਹਾਰਾਜੇ ਜਿੱਤ ਕੇ ਯੁੱਧ ਆਉਂਦੇ ਸਨ ਨਾ, ਘਰਾਂ ਨੂੰ, ਮਹਿਲਾਂ ਵਿੱਚ ਬੜੇ ਬੜੇ ਢੋਲ ਵੱਜਦੇ ਸਨ। ਬਾਜਤ ਢੋਲ ਮਿਰਦੰਗ ਨਗਾਰੇ। ਮਿਰਦੰਗ ਵੀ ਇੱਕ ਇੰਸਟਰੂਮੈਂਟ ਹੁੰਦਾ ਹੈ, ਜਿਸ ਤਰ੍ਹਾਂ ਹੁੰਦਾ ਤਾਂ ਢੋਲਕੀ ਵਰਗਾ ਹੀ ਹੈ, ਪਰ ਉਹ ਲੰਬਾ ਸਾਰਾ ਹੁੰਦਾ ਹੈ, ਜਿਹੜਾ ਖੱਲ ਦੇ ਨਾਲ ਮਤਲਬ ਕਿ ਬਣਿਆ ਹੁੰਦਾ ਹੈ। ਅਤੇ ਉਹ ਵੱਡੇ ਵੱਡੇ ਨਗਾਰ, ਮਤਲਬ ਕਿ ਉਹ ਵੀ ਮਿਰਦੰਗ ਅਤੇ ਨਗਾਰੇ ਹੁੰਦੇ ਨੇ। ਤੋਸਾ ਜਿਹੜਾ ਵਜਾਈਦਾ, ਗੁਰੂ ਘਰਾਂ ਵਿੱਚ ਨਗਾਰੇ ਵੱਜਦੇ ਨੇ। ਭਾਵ ਕਿ ਗੁਰੂ ਸਾਹਿਬ ਸਾਨੂੰ ਇਹ ਸਮਝਾਉਣਾ ਚਾਹ ਰਹੇ ਨੇ ਬਈ ਜਿਹੜੇ ਇੰਨੇ ਨੇ ਵੱਡੇ ਰਾਜਿਆਂ, ਜਿਹੜੇ ਦੇਸ਼ਾਂ ਦਿਸ਼ਾਂਤਰਾਂ ਨੂੰ ਜਿੱਤਦੇ ਹੋਏ ਉਹ ਘਰ ਆਉਂਦੇ ਹਨ, ਉਹਨਾਂ ਦੀ ਖੁਸ਼ੀ ਵਿੱਚ ਢੋਲ ਮਿਰਦੰਗ ਨਗਾਰੇ ਵੱਜਦੇ ਨੇ। ਅਤੇ ਫਿਰ ਮਹਾਰਾਜ ਕਹਿ ਰਹੇ ਨੇ, ਗੂੰਜਤ ਗੂੜ ਗਜਾਨ ਕੇ ਸੁੰਦਰ। ਗੂੰਜਤ ਗੂੜ ਗਜਾਨ, ਗੱਜ ਹੁੰਦਾ ਹਾਥੀ, ਅਤੇ ਬਹੁਤ ਸਾਰੇ ਹਾਥੀ ਗੂੰਜਦੇ ਨੇ। ਗੂੜ ਭਾਵ ਕਿ ਟੋਲਿਆਂ ਦੇ ਟੋਲੇ ਇਕੱਠੇ ਹੋ ਕੇ ਸਾਰੇ ਜਿਤਨੇ ਵੀ ਸੁੰਦਰ ਹਾਥੀ ਨੇ, ਗੂੰਜਤ ਗੂੜ, ਉਹ ਗੂੰਜਦੇ ਨੇ। ਭਾਵ ਕਿ ਖੁਸ਼ੀ ਦੇ ਨਾਲ, ਜਿਸ ਤਰ੍ਹਾਂ ਰਾਜਾ ਜਿੱਤ ਕੇ ਆਇਆ ਹੈ ਅਤੇ ਉਹਦੀ ਸੈਨਾ ਦੇ ਵਿੱਚ ਜਿਤਨੇ ਵੀ ਹਾਥੀ ਨੇ, ਟੋਲਿਆਂ ਦੇ ਟੋਲੇ ਗੂੰਜਦੇ ਨੇ। ਗਜਾਨ ਕੇ ਸੁੰਦਰ, ਸੁੰਦਰ ਜਿਹੜੇ ਹਾਥੀ ਨੇ, ਬੜੇ ਮਹਿੰਗੇ ਮਹਿੰਗੇ ਹਾਥੀ ਨੇ, ਉਹ ਗੂੰਜਦੇ ਨੇ। ਹਿੰਸਤ ਹੈ ਰਾਜ ਹਜ਼ਾਰੇ। ਹਿੰਸਤ ਹੁੰਦਾ ਹਿਣਕਣਾ, ਹਿਣਕਦਾ ਤੇ ਫਿਰ ਘੋੜਾ ਹੀ ਹੈ। ਅਤੇ ਮਹਾਰਾਜ ਕਹਿੰਦੇ ਨੇ ਹਿੰਸਤ ਹੈ, ਇੱਥੇ ਹੈ ਨਹੀਂ ਪੜ੍ਹਨਾ, ਹੈ ਭਾਵ ਕਿ ਉਹ ਹੈ ਹੁੰਦਾ ਘੋੜੇ, ਅਤੇ ਰਾਜ ਵਧੀਆ ਘੋੜੇ, ਜਿਸ ਤਰ੍ਹਾਂ ਅਰਬੀ ਘੋੜੇ ਹੋ ਗਏ, ਦਰਿਆਈ ਘੋੜਾ ਕਹਿ ਲਓ, ਜਿਹੜੇ ਆਮ ਨਸਲ ਤੋਂ ਵਧੀਆ ਘੋੜੇ, ਹਜ਼ਾਰੇ, ਹਜ਼ਾਰਾਂ ਦੀ ਗਿਣਤੀ ਵਿੱਚ ਉਹ ਘੋੜੇ ਜਿਹੜੇ ਬੜੇ ਸੁੰਦਰ ਨੇ, ਉਹ ਹਿਣਕਦੇ ਨੇ ਖੁਸ਼ੀ ਦੇ ਵਿੱਚ, ਜਦੋਂ ਰਾਜਾ ਮਹਾਰਾਜਾ ਦੇਸ਼ਾਂ ਨੂੰ ਜਿੱਤ ਕੇ ਆਉਂਦਾ ਹੈ। ਅਤੇ ਮਹਾਰਾਜ ਕਹਿ ਰਹੇ ਨੇ, ਭੂਤ ਭਵਿੱਖ ਭਵਾਨ ਕੇ ਭੂਪਤ। ਭੂਪਤ ਰਾਜੇ ਹੋ ਗਏ, ਭੂ ਹੋ ਗਿਆ ਧਰਤੀ, ਅਤੇ ਪਤੀ ਹੋ ਗਿਆ ਮਾਲਕ, ਧਰਤੀ ਦਾ ਮਾਲਕ ਰਾਜੇ ਹੀ ਹੁੰਦੇ ਨੇ। ਮਹਾਰਾਜ ਕਹਿੰਦੇ ਨੇ ਰਾਜੇ ਕਿੰਨੇ, ਭੂਤ ਜਿਹੜੇ ਸਮਾਂ ਬੀਤ ਗਿਆ ਹੈ, ਪਾਸਟ, ਭਵਿੱਖ ਜਿਹੜਾ ਫਿਊਚਰ ਆਉਣਾ ਹੈ, ਭਵਾਨ ਜਿਹੜਾ ਚੱਲ ਰਿਹਾ ਹੈ। ਬੀਤੇ ਸਮੇਂ ਹੋਏ ਦੇ ਰਾਜੇ, ਜਿਹੜੇ ਹੁਣ ਪ੍ਰੈਜੈਂਟ ਨੇ ਉਹ ਰਾਜੇ, ਅਤੇ ਆਉਣ ਵਾਲੇ ਰਾਜੇ ਕੌਣ ਗਣੇ, ਉਹਨਾਂ ਦੀ ਕੋਈ ਗਿਣਤੀ ਨਹੀਂ ਕਰ ਸਕਦਾ। ਹੁਣ ਕਿੰਨੇ ਰਾਜੇ ਹੋਏ ਨੇ ਸਾਨੂੰ ਕੀ ਪਤਾ, ਕਿੰਨੇ ਹੁਣ ਨੇ ਕੋਈ ਪਤਾ ਨਹੀਂ, ਨਹੀਂ ਯਾਦ ਵਿਚਾਰੇ, ਉਹਨਾਂ ਬਾਰੇ ਅਸੀਂ ਵਿਚਾਰ ਨਹੀਂ ਕਰ ਸਕਦੇ। ਇਹ ਹੁਣ 3 ਪੰਕਤੀਆਂ ਦੇ ਅੰਦਰ ਗੁਰੂ ਸਾਹਿਬ ਸਾਨੂੰ ਮਹਾਰਾਜਿਆਂ ਦੀ ਗੱਲ ਕਰ ਰਹੇ ਨੇ ਬਈ ਜਿਹੜੇ ਦੇਸ਼ਾਂਤਰਾਂ ਨੂੰ ਜਿੱਤ ਕੇ ਆਉਂਦੇ ਨੇ, ਘੋੜੇ ਹਿਣਕਦੇ ਨੇ, ਹਾਥੀ ਗੁੰਝਾਂ ਪਾਉਂਦੇ ਨੇ, ਅਤੇ ਉਹ ਵੀ ਰਾਜੇ ਜਿਹੜੇ ਪਾਸਟ ਫਿਊਚਰ ਔਰ ਪ੍ਰੈਜੈਂਟ, ਇਤਨੇ ਰਾਜੇ ਜਿਨ੍ਹਾਂ ਦੀ ਗਿਣਤੀ ਨਹੀਂ ਹੈ। ਪਰ ਮਹਾਰਾਜ ਕਹਿਣਾ ਕੀ ਚਾਹ ਰਹੇ ਨੇ, ਹੁਣ ਆਪਣਾ ਫੈਸਲਾ, ਦੋਨੋਂ ਪੌੜੀਆਂ ਦਾ ਫੈਸਲਾ ਇਸ ਪੌੜੀ ਦੇ ਅਖੀਰ ਵਿੱਚ ਮਹਾਰਾਜ ਦੇ ਰਹੇ ਨੇ। ਕਹਿ ਰਹੇ ਨੇ, ਸਿਰੀਪਤ ਸ੍ਰੀ ਭਗਵਾਨ ਭਜੇ ਬਿਨ ਸਿਰੀ। ਸਿਰੀ ਮਾਇਆ ਦਾ ਨਾਮ ਹੈ। ਮਾਇਆ ਦਾ ਪਤੀ ਕੌਣ ਹੈ? ਵਿਸ਼ਨੂੰ, ਭਾਵ ਰੱਬ, ਵਾਹਿਗੁਰੂ ਦਾ ਜ਼ਿਕਰ ਹੈ। ਦੇਖੋ ਸ਼੍ਰੀ ਜਿੱਥੇ ਆਏਗਾ ਉਹ ਮਾਇਆ ਹੈ, ਅਤੇ ਮਾਇਆ ਕਿੰਨੇ ਬਣਾਈ ਹੈ? ਰੱਬ ਨੇ ਬਣਾਈ ਹੈ, ਕਿਸੇ ਬੰਦੇ ਨੇ ਨਹੀਂ ਬਣਾਈ। ਇੱਕ ਰੱਬ ਆਪ ਹੈ, ਇੱਕ ਮਾਇਆ ਹੈ ਸ੍ਰੀ। ਜਿਸ ਤਰ੍ਹਾਂ ਅਸੀਂ
ਬਹੁਤ ਜਗ੍ਹਾ 'ਤੇ ਅਸੀਂ ਸ੍ਰੀ ਅੱਖਰ ਆਦ ਗੁਰੇ ਨਵੇਂ, ਜੁਗਾਦ ਗੁਰੇ ਨਵੇਂ, ਸਤ ਗੁਰੇ ਨਵੇਂ, ਸ੍ਰੀ ਗੁਰਦੇਵੇ ਨਵੇਂ, ਸ੍ਰੀ ਵੀ ਆਇਆ ਉੱਥੇ। ਭਾਵ ਕਿ ਉਹ ਮਾਇਆ ਦਾ ਪ੍ਰਤੀਕ ਹੈ, ਤੇ ਮਾਇਆਪਤੀ ਉਹ ਪਰਮੇਸ਼ਰ ਪਤੀ ਉਹ ਸ੍ਰੀ ਆਇਆ ਹੈ। ਤਾਂ ਗੁਰੂ ਸਾਹਿਬ ਕਹਿੰਦੇ ਨੇ ਸ੍ਰੀ ਪਤ ਜੋ ਭਗਵਾਨ ਹੈ, ਸ੍ਰੀ ਮਾਇਆ ਦਾ ਮਾਲਕ ਹੈ, ਪਤੀ ਹੈ, ਸ੍ਰੀ ਭਗਵਾਨ ਉਹ ਵਾਹਿਗੁਰੂ, ਤੇ ਭਜੇ ਬਿਨ ਉਹਦੇ ਨਾਮ ਤੋਂ ਬਿਨਾ। ਹੁਣ ਧਿਆਨ ਦੇਣਾ, ਗੁਰੂ ਸਾਹਿਬ ਕਹਿ ਰਹੇ ਨੇ ਜਿਤਨੇ ਵੱਡੇ ਵੱਡੇ ਰਾਜਿਆਂ ਦਾ ਜ਼ਿਕਰ ਹੋਇਆ ਨਾ, ਮਹਾਰਾਜ ਕਹਿੰਦੇ ਨੇ ਅਗਰ ਉਹ ਭਗਵਾਨ ਦੇ ਨਾਮ ਤੋਂ ਬਿਨਾ ਅੰਤ ਕੋ ਭਾਵ ਕਿ ਅਖੀਰਲੇ ਸਮੇਂ, ਅੰਤ ਕੇ ਮੌਤ ਦੇ ਜਦੋਂ ਸਮੇਂ ਕਿ ਧਾਮ ਸਿਧਾਰੇ, ਭਾਵ ਕਿ ਉਹ ਜਮਾਂ ਦੇ ਘਰ ਜਾਂਦੇ ਹਨ, ਭਾਵ ਕਿ ਜਮਦੂਤਾਂ ਦੇ ਵਸ ਪੈਂਦੇ ਹਨ। ਦੇਖੋ ਗੁਰੂ ਸਾਹਿਬ ਨੇ ਨਾ ਲਿਹਾਜ਼ ਨਹੀਂ ਕੀਤਾ ਕਿਸੇ ਦਾ ਵੀ। ਹੁਣ ਸਾਨੂੰ ਇਸ ਪੰਕਤੀ ਦੇ ਉੱਤੇ ਅਸੀਂ ਕੁਝ ਤਵੱਜੋ ਦੇਣੀ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨੇ ਵੀ ਰਾਜੇ ਨੇ ਸਭ ਖਾਲੀ ਗਏ ਨੇ ਸੰਸਾਰ ਦੇ ਵਿੱਚ। ਇਹ ਨਹੀਂ ਕਿ ਗੁਰੂ ਸਾਹਿਬ ਰਾਜਿਆਂ ਦੇ ਪ੍ਰਤੀ ਗੱਲ ਕਰ ਰਹੇ ਨੇ ਜਾਂ ਮਾਇਆਧਾਰੀ ਦੇ ਪ੍ਰਤੀ ਗੱਲ ਕਰ ਰਹੇ ਨੇ। ਮਹਾਰਾਜ ਉਹਨਾਂ ਨੂੰ ਕਹਿ ਰਹੇ ਨੇ ਜਿਹੜੇ ਨਾਮ ਤੋਂ ਸਖਣੇ ਨੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਜਿਹੜੇ ਨਾਮ ਤੋਂ ਬਿਨਾ ਸੰਸਾਰ ਵਿੱਚੋਂ ਗਏ ਨੇ। ਉਹ ਸਵਾਲ ਕਰਨ ਵਾਲਾ ਕੋਈ ਇਹ ਵੀ ਕਰ ਸਕਦਾ ਹੈ ਕਿ ਘੋੜੇ ਤੇ ਹਾਥੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਰੱਖੇ ਨੇ। ਉਹਨਾਂ ਦੇ ਵੀ ਦਰਬਾਰ ਵਿੱਚ ਮਹਿੰਗੇ ਪ੍ਰਸ਼ਾਦੀ ਹਾਥੀ ਸਨ। ਘੋੜੇ ਮਹਾਰਾਜ ਨੀਲਾ ਘੋੜਾ ਸੀ ਜਿਹੜਾ ਬੇਸ਼ੁਮਾਰ ਕੀਮਤੀ ਸੀ। ਅੱਜ ਵੀ ਆਸਥਾ ਹੈ ਕਈਆਂ ਨੂੰ, ਅਸੀਂ ਕਿਸੇ ਦੀ ਆਸਥਾ ਨੂੰ ਤੋੜਨਾ ਨਹੀਂ। ਦੇਖੋ ਗੁਰੂ ਸਾਹਿਬ ਸਾਨੂੰ ਇੱਥੇ ਪਤਾ ਕੀ ਕਹਿੰਦੇ ਪਏ ਨੇ, ਧਿਆਨ ਦੇਣਾ। ਗੁਰੂ ਸਾਹਿਬ ਘੋੜੇ ਹਾਥੀ ਰੱਖਣ ਵਾਲਿਆਂ ਨੂੰ ਮਾੜਾ ਨਹੀਂ ਕਹਿ ਰਹੇ। ਜੇ ਉਹ ਇੰਨਾ ਕੁਝ ਹੁੰਦੇ ਹੋਏ ਜੇ ਉਹ ਰੱਬ ਦਾ ਨਾਮ ਨਹੀਂ ਜਪਦੇ, ਮਹਾਰਾਜ ਉਹਨਾਂ ਵਾਸਤੇ ਜ਼ਿਕਰ ਕਰ ਰਹੇ ਨੇ। ਦੇਖੋ ਮਹਾਰਾਜ ਜਦ ਅਨੰਦਪੁਰ ਸਾਹਿਬ ਸਨ ਤੇ ਖੁਸ਼ੀਆਂ ਦੇ ਖੇੜੇ ਉਵੇਂ ਹੀ ਸਨ। ਨਾਮ ਉਦੋਂ ਵੀ ਪਰਮਾਤਮਾ ਦਾ ਜਪ ਰਹੇ ਸਨ। ਜਦੋਂ ਪੈਰੀ ਜੋੜਾ ਨਹੀਂ ਸੀ ਚਰਨਾਂ ਤੇ, ਤਦ ਵੀ ਪਰਮਾਤਮਾ ਦਾ ਸ਼ੁਕਰ ਵੀ ਸੀ। ਔਰੰਗਜ਼ੇਬ ਨੂੰ ਗੁਰੂ ਸਾਹਿਬ ਨੇ ਇਹੀ ਗੱਲ ਤੇ ਸਮਝਾਈ ਸੀ ਕਿ ਲੋ ਲਸ਼ਕਰ, ਘੋੜੇ, ਹਾਥੀ, ਨਗਾਰੇ, ਸੈਨਾ ਸਭ ਕੁਝ ਤੇਰੇ ਕੋਲ ਹੈ, ਪਰ ਤੂੰ ਘੋੜੇ ਤੇ ਚੜ ਕੇ ਨਾਸ਼ ਉੱਥੇ ਜਾ ਕੇ ਤੂੰ ਲੋਕਾਂ ਨੂੰ ਨਾਸ਼ ਕਰਨ ਦੀ, ਰਾਜ ਕਰਨ ਦੀ ਮਨਸਾ ਨਾਲ ਜਾਣਾ ਹੈ। ਉੱਥੋਂ ਤੈਨੂੰ ਰੱਬ ਅੱਲਾ ਵਿਸਰਿਆ ਹੁੰਦਾ ਹੈ, ਤੇ ਮੈਂ ਨੀਲੇ ਘੋੜੇ ਤੇ ਬਹਿ ਕੇ ਵੀ ਉਸ ਪਰਮਾਤਮਾ ਨੂੰ ਯਾਦ ਕਰਨਾ ਵਾ। ਦੇਖੋ ਮਾੜੇ ਸਮੇਂ ਤੇ ਹਰ ਕੋਈ ਯਾਦ ਕਰਦਾ ਹੈ। ਰੱਬ ਉਦੋਂ ਭੁੱਲਦਾ ਹੈ ਜਦੋਂ ਘਰ ਦੇ ਵਿੱਚ ਖੁਸ਼ੀਆਂ ਆਉਂਦੀਆਂ ਨੇ। ਕਿੰਨੇ ਕੁ ਸਰੀਰ ਹੋਣਗੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਵਿਆਹ ਹੋਵੇ, ਆਨੰਦ ਕਾਰਜ, ਖੁਸ਼ੀ ਹੋਵੇ, ਤੇ ਉਹ ਨਿਤਨੇਮ ਦੀ ਸੇਵਾ ਕਰਕੇ ਜਾਂਦੇ ਹੋਣ? ਬਹੁਤ ਘੱਟ ਨੇ। ਗੁਰੂ ਸਾਹਿਬ ਕਹਿੰਦੇ ਨੇ ਤੇਰੇ ਔਰ ਮੇਰੇ ਵਿੱਚ ਔਰੰਗਜ਼ੇਬ ਇਹ ਫਰਕ ਹੈ ਕਿ ਮੈਂ ਜੁਝਾਰ ਸਿੰਘ ਫਤਿਹ ਸਿੰਘ ਨੂੰ ਵੇਖ ਕੇ ਮੋਹ ਦੇ ਵਿੱਚ ਨਹੀਂ ਫਸਿਆ। ਮੈਂ ਉਸ ਵੇਲੇ ਵੀ ਪਰਮਾਤਮਾ ਨੂੰ ਯਾਦ ਕਰ ਰਿਹਾ ਸੀ, ਤੇ ਜਦ ਜੁਝਾਰ ਸਿੰਘ ਚਮਕੌਰ ਦੀ ਗੜੀ ਵਿੱਚ ਟੋਟੇ ਟੋਟੇ ਹੋ ਰਿਹਾ ਸੀ, ਮੈਂ ਉਸ ਵੇਲੇ ਵੀ ਉਹਦਾ ਸ਼ੁਕਰ ਕਰ ਰਿਹਾ ਸੀ। ਤੇਰੇ ਔਰ ਮੇਰੇ ਵਿੱਚ ਇਹ ਫਰਕ ਹੈ। ਤੂੰ ਯੁੱਧ ਕੀਤੇ, ਲੋਕਾਂ ਨੂੰ ਨਾਸ਼ ਕੀਤਾ, ਲੋਕਾਂ ਨੂੰ ਖਤਮ ਕੀਤਾ, ਜਿਹਦੇ ਵਿੱਚ ਤੂੰ ਵੀ ਨਾਸ਼ ਹੋ ਗਿਆ।
अज तेरी कोई उकत नहीं, इत्थों तक तेरी मड़ी ते कोई दीवा चलाण वाला नहीं। घोड़े ते उहदे भी होणगे, हाथी ते उहदे समय दे भी होणगे, पर अज भी गुरु साहब जिस नीले घोड़े ते सवार हुंदे सन ना, उसे नस्ल का घोड़ा तुसी हजूर साहब जाओ ते नगर कीर्तन दे विच उहनूं सजा के तो ये महसूस करते हैं कि इसे नस्ल के घोड़े के उत्ते मेरे गुरु गोबिंद सिंह महाराज विराजमान होंदे। ये भावना की खेड है। अज भी गुरु गोबिंद सिंह महाराज का चोला तुसी जाओ साबो की तलवंडी, डल्ले परिवार के घर दे विच अज भी वो खून के नाल लथपथ तुहानूं गुरु गोबिंद सिंह महाराज का जोड़ा अज भी दर्शन होणगे। दमदमा साहिब तो कुछ ही हार्डली किलोमीटर ते भी नहीं है, पैदल का रस्ता है। वो परिवार जेड़ा भी कोई जाता है महाराज दे उस वस्त्रां दे दर्शन भी कराउंदा है। मतलब कि वो भी पूजन योग ने, क्योंकि गुरु साहब ने रब नूं कदी नहीं भुलाया। क्योंकि साडी ना एक मन में छवि बनी है लोगों के कि वो घोड़े ते रहे ने, शस्त्रधारी होए ने, जंग ही करते रहे ने, पर साध संगत वो गुरु गोबिंद सिंह महाराज कदी रब नूं नहीं भी विसारिया। उन्होंने नाम उन्होंने अंदर शुकराना उदा हमेशा महाराज का चलता रहता सी। भावें होवे सिरसा नदी, परिवार विछड़ गया होवे, हड़ आया होवे सरसा दे उत्ते, उस वेले भी गुरु गोबिंद सिंह महाराज ने सिखां नूं कहा, भाई अमृत वेला संभालो, आसा दी वार दा कीर्तन करो। पिछे सैना लगी है, पर गुरु साहब ने रब नूं इबादत नूं समा जिहड़ा है वो खुंजाया नहीं है। ये सिर्फ सानू पूरने पा के दसे ने कि सिखा जे ऐना भी समा आ जाए तेरा परिवार विछड़दा है, जिस हसदा खेड़दा परिवार सारा विछड़ जाए, मैं समझना मेरे समेत शायद ही कोई उस वेले भी नितनेम करे। भाई दया सिंह जी, आसा दी वार दा कीर्तन शुरू करो। महाराज पिछे फौजां ने, कितने सिंह आ? मारे 500 आ। इस तरह करो 500 तुसी 250 ला दो बाहर पहरे ते 250 दे नाल असी सत संगत करने हैं। देखो संगत उदों भी महाराज नहीं छड्डी। ते महाराज कहते अज अगर ना करो आसा दी वार, कहते नहीं जरूरी है। 250 ला दिता बाहर पहरे ते 250 दे नाल महाराज आसा दी वार दा कीर्तन नितनेम उस टाइम हुंदा सी ते करदे सन। भाई दया सिंह जी कुछ समय बाद आ गए, महाराज 250 दा 250 शहीद हो गया है। जे अज आसा दी वार ना हुंदी ते की हुंदा? ये असी सारे 500 दे 5 असी सारे 500 दे 500 ही लड़दे। गुरु साहब कहते ने भाई दया सिंह जी तां भी आसा दी वार महंगी नहीं पई। तू 250 की गल कर रहे हैं, 500 भी शहीद हो जाता ना, तू भी शहीद हो जाता, मैं भी शहीद हो जाता, तां भी आसा दी वार नहीं महंगी पई। श्रीपत श्री भगवान भजे बिन अंत को अंत के धाम सिधारे। ये गल्लां बाती राई ने जेड़े नेम दे जिन्हां दे अंदर नाम दी रोल चल रही हुंदी है ना, उन्हां दी पहाड़ वर्गे दुख भी आउण ते नेम उत्थे भी चल रहा हुंदा है। यही गल औरंगजेब नूं समझाई कि औरंगजेब तू खाली जा रहे हैं संसार विचों, तन्नू लोग माया करके लो लश्कर करके बादशाह कहंदे ने, मनु प्यार वाली संगत भावना दे नाल पातशाह कहंदी है। अज भी किथे जोड़े, किथे महाराज दा कंगन, किथे कड़ा दे दर्शन हो जान ते असी
खुश नसीब समझने आ ना कि महाराज की कोई हस्त लिखी कोई वस्तु मिल जाए, असीं कितना खुश होने आ। मैनूं गल याद आई, महाराजा रणजीत सिंह वेले एक ऐलान किया उन्होंने। महाराजा रणजीत सिंह ने अपने राज च एक ऐलान किया, कोई ऐसा शरीर है जिन्हें गुरु गोबिंद सिंह महाराज के दर्शन किए हो, क्योंकि महाराज लोक बयाना तो किया है 1700 करीब 8 विच हजूर साहब की धरती ते 1800 के करीब राज भाग संभालिया है महाराजा रणजीत सिंह ने। ते संगत नूं पता लग्या तो एक बजुर्ग 90 साल तो उत्ते बाबा जिन्हें उस वेले गुरु गोबिंद सिंह महाराज के दर्शन किए सन, उन्होंने लैके महाराजा रणजीत सिंह को लैके आए, क्योंकि समा 90-95 साल हो गए सन। ते महाराजा रणजीत सिंह नूं कहंदे ने ये बुजुर्ग बाबा ने धन गुरु गोबिंद सिंह महाराज के दर्शन किए हुए ने। मैं इतिहास पढ़ रहा सी, उस वेले महाराजा रणजीत सिंह ने अपने दाड़े दे नाल उस बुजुर्ग बाबा दे चरण साफ किए ते धन किया अपने आप नूं कि इन्हां तुहाडे नेत्रा ने धन गुरु गोबिंद सिंह महाराज दे दर्शन किए हैं। गुरु साहब गए नहीं किथे, और जेड़े ये नहीं कि जिन्हां कोल घोड़े ने महाराज, जिन्हां कोल गड्डियां ने महाराज उन्होंने निंदरे ने, नहीं निंदरे। महाराज कहंदे ने वो वधिया गड्डियां वधिया घर अज दे हिसाब दे नाल जे किसी कोल ने ते उन्हां वास्ते भी यही पंक्ति ढूंढती है कि सिरी पत सिरी भगवान भजे बिन अंत को अंत के धाम सिधारे। जे सिखा इतनी माया इतना तेरे को रुतबा होवे, जे नाम तो बिना तू संसार विच जी रहे हैं तो समझ लै तेरा जीना बेकार है, और तू अंत समय उस जमदूतां दे वस धर्मराज दे वस पै जाएगा। ये गुरु साहब सानू एक माया वालियां वास्ते भी बैराग का एक संदेश दे रहे हैं कि इन्ने छत्रपति राजा बहुबली राजे जिन्होंने सीस निवाण वाले हजारा घोड़े करोड़ों ही घोड़े सुंदर हाथी जिन्हों दे आके महलों के कोल हन लो लश्कर है, पर जे वो राजे भी संसार विचों खाली चले गए जे नाम पल्ले नहीं है। नाम शब्द पढ़ी दे ना, हर बिसरत सदा खुआरी ताको धोखा कहाँ ब्यापे जाको ओट तुहारी। अगों मारे कहते ने बिन सिमरन जो जीवन बलना, जिस तरह नाम तो सिमरन भाव ओदी याद तो बिना बिन सिमरन जो जीवन बलना सर्प जैसे अरजारी। वो इस तरह मानो जिस तरह सप की वडेरी बड़ी लंबी लंबी उम्र होंदी है, 1000 साल भी होंदी कईयां दी, तो पेड़ दे नाल लटके रहंदे ने, उस तरह अंदर जहर ही होएगा। बिन सिमरन जो जीवन बलना सर्प जैसे अरजारी। मारे कहंदे ने नव खंडन को राज कमावे अंत चले गो हारी। श्री पद श्री भगवान भजे बिन अंत को अंत के धाम सिधारे। जे इतना कुछ भी तुहाडे कोल है, जे परमात्मा दा नाम नहीं है ना, तो महाराज कहते ने अंत समय तू खाली जाएगा। तो फरीद साहब एक सलोक कहते ने पास दमामे छड़ सिर भेरी सड्डो रड। भगत फरीद जी कहते ने किसे कोल बहुत नगारे होण ढोल वजदे होण सिर दे उत्ते उहदे भाव, और छत्तर झुलदे होण, और उहदियां सिफतां नूं लोकी गा रहे होण। पास दमामे, दमामा उहिओ नगारा गगन दमामा बाजिओ, वो दमामे उहदे कोल वज रहे होण, छत्तर झुल रहे होण, ते जिन्हां दियां सिफतां दुनिया कर रही होए। पास दमामे छड़ सिर पेरी
ਛੱਡੋ ਰੱਡ ਮਾਰੇ ਕਹਿੰਦੇ ਨੇ ਫਰੀਦ ਸਾਹਿਬ, ਜਾਏ ਸੁੱਤੇ ਜਿਰਾਣ ਮੈਂ ਥੀਏ ਅਤੀਮਾ ਗੱਡ। ਕਹਿੰਦੇ ਨੇ ਉਹ ਵਾਲੇ ਬੰਦੇ ਨਾਮ ਤੋਂ ਸਖਣੇ ਨੇ ਨਾ, ਜਾਏ ਸੁੱਤੇ ਜਿਰਾਣ, ਉਹ ਮਸਾਣਾ ਤੇ ਜਾ ਕੇ ਇੰਜ ਸੋ ਗਏ ਜਿਸ ਤਰ੍ਹਾਂ ਕੋਈ ਯਤੀਮ ਹੁੰਦਾ ਨਾ, ਜਿਸ ਤਰ੍ਹਾਂ ਯਤੀਮ ਦਾ ਕੋਈ ਨਹੀਂ ਹੁੰਦਾ ਨਾ, ਉਸ ਤਰ੍ਹਾਂ ਉਹਦੀ ਹਾਲਤ ਹੁੰਦੀ ਹੈ। ਦੇਖੋ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਾਲੀ ਯੁੱਧ ਲੜਨ ਵਾਲਾ ਹੀ ਸਮਝੇ, ਇੱਕ ਉਸ ਨਜ਼ਰੀ ਨੈਗੇਟਿਵ ਸੋਚ ਦੇ ਨਾਲ ਹੀ ਚੱਲੇ, ਉਹ ਤੇ ਖਾਲੀ ਹੋ ਗਏ। ਤੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਰਵ ਕਲਾ ਸੰਪੂਰਨ ਸਮਝਿਆ, ਉਹ ਸੰਸਾਰ ਵਿੱਚੋਂ ਤਰ ਗਏ, ਜਿਨ੍ਹਾਂ ਦਾ ਨਾਮ ਅੱਜ ਵੀ ਲਿਆ ਜਾਂਦਾ ਹੈ। ਇੱਕ ਸੈਦ ਖਾਨ ਹੋਇਆ, ਔਰੰਗਜ਼ੇਬ ਨੇ ਦਿੱਲੀ ਤੋਂ ਭੇਜਿਆ ਇਹਨੂੰ, ਇਹ 10-12 ਹਜ਼ਾਰ ਫੌਜ ਲੈ ਕੇ ਅਨੰਦਪੁਰ ਸਾਹਿਬ ਦੀ ਚੜ੍ਹਾਈ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮਾਰਨ ਵਾਸਤੇ ਇੱਕ ਪ੍ਰਣ ਕਰਕੇ ਆਇਆ ਕਿ ਤੈਨੂੰ ਉਚਿਤ ਇਨਾਮ ਮਿਲੇਗਾ। ਤੇ ਇਸ ਕਰਕੇ ਸੈਦ ਖਾਨ ਚੜ੍ਹਾਈ ਕਰਨ ਵਾਸਤੇ, ਮਹਾਰਾਜ ਨੂੰ ਮਾਰਨ ਵਾਸਤੇ, ਆਪਣੇ ਉਹਦੇ ਮੋਢਿਆਂ ਤੇ ਬਹੁਤ ਵਧੀਆ ਭਾਰੀ ਭੁਜਾਨ ਸੀ, ਬਹੁਬਲੀ ਸੀ, ਤੇ ਉਹਨੂੰ ਮਾਣ ਸੀ ਕਿ ਗੁਰੂ ਗੋਬਿੰਦ ਸਿੰਘ ਮਾਰਨ ਤੋਂ ਮੈਂ ਐਵੇਂ ਜਿੰਦਾ ਹੀ ਫੜ ਲਵਾਂਗਾ ਤੇ ਮਾਰ ਵੀ ਦੇਵਾਂਗਾ। ਸੋਚ ਹੈ ਨਾ। ਅਨੰਦਪੁਰ ਤੋਂ ਪਹਿਲਾਂ, ਕੁਝ ਸਮਾਂ ਪਹਿਲਾਂ, ਰਸਤੇ ਵਿੱਚ ਘਰ ਸੀ ਨਸੀਰਾ ਦਾ, ਉਹ ਭੈਣ ਸੀ ਵੱਡੀ, ਜਿਹਨੇ ਉਹਨੂੰ ਪਾਲਿਆ ਸੀ, ਵੱਡੀ ਉਮਰ ਦੀ, ਵੱਡੀ ਸੀ ਬਹੁਤ ਜ਼ਿਆਦਾ। ਇਹ ਨਸੀਰਾ ਉਹ ਹੈ ਜਿਹੜੀ ਬੁੱਧੂ ਸ਼ਾਹ ਦੀ ਘਰਵਾਲੀ ਹੈ। ਇਹ ਬੁੱਧੂ ਸ਼ਾਹ ਉਹ ਹੈ ਜਿਨ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਯੁੱਧ ਦੇ ਨਾਲ ਆਪਣੇ 2 ਪੁੱਤਰ ਸ਼ਹੀਦ ਕਰਵਾਏ ਸਨ। ਤੇ ਉਹ ਨਸੀਰਾ ਗੁਰੂ ਮਹਾਰਾਜ ਨੂੰ ਅੱਲਾ ਦਾ ਰੂਪ ਸਮਝਦੀ ਸੀ ਕਿ ਜੇ ਧਰਤੀ ਤੇ ਜੇ ਅੱਲਾ ਦੇ ਦਰਸ਼ਨ ਕਰਨੇ ਨੇ ਨਾ, ਇਹ ਦੇਖੋ ਦੂਜੇ ਧਰਮਾਂ ਵਾਲਿਆਂ ਦਾ ਆਸਥਾ ਦੇਖੋ, ਜੇ ਧਰਤੀ ਤੇ ਕਿਸੇ ਅੱਲਾ ਦੇ ਦਰਸ਼ਨ ਕਰਨੇ ਨੇ ਨਾ, ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕਰ ਲੈ ਕਰੇ। ਤੇ ਉਹਨੇ ਰਸਤੇ ਵਿੱਚ ਰੁਕਿਆ ਭੈਣ ਦੇ ਘਰ, ਭੈਣ ਬੜੀ ਖੁਸ਼ ਹੋਈ, ਭਰਾ ਆਇਆ, ਤੇ ਉਹਨੇ ਨਮਸਕਾਰ ਆਪਣਾ ਜੋ ਵੀ ਬੁਲਾਇਆ, ਪਿਆਰ ਕੀਤਾ, ਕਿਉਂਕਿ ਉਹ ਮਾਂ ਸਮਝਦਾ ਸੀ, ਵੱਡੀ ਭੈਣ ਸੀ, ਉਹਨੇ ਪਾਲਿਆ ਸੀ। ਤੇ ਜਦ ਲੰਗਰ ਛਕ ਰਹੇ ਨੇ ਆਪਸ ਵਿੱਚ ਬੈਠ ਕੇ, ਤੇ ਪੁੱਛਿਆ ਭੈਣ ਨੇ, ਇਹ ਲੋ ਲਸ਼ਕਰ ਲੈ ਕੇ ਜਾ ਕਿੱਥੇ ਰਹੇ? ਕਹਿੰਦਾ ਜੀ ਮੈਂ ਗੁਰੂ ਗੋਬਿੰਦ ਸਿੰਘ ਨੂੰ ਮਾਰਨ ਵਾਸਤੇ ਜਾ ਰਿਹਾ। ਉਹ ਹੈਰਾਨ ਹੋ ਗਏ, ਕਹਿੰਦੇ ਭਰਾ ਇਹ ਕੰਮ ਨਾ ਕਰੀ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਦੀ ਹੈ, ਗੁਰੂ ਮਹਾਰਾਜ ਮੇਰਾ ਇਹ ਭਰਾ ਭੁੱਲਾ ਭਟਕਾ ਹੈ, ਜਿਹਨੂੰ ਸੋਝੀ ਨਹੀਂ ਹੈ, ਇਹਦੇ ਉੱਤੇ ਇੰਨੀ ਕਿਰਪਾ ਕਰ ਦਿਓ, ਇਹ ਜਦੋਂ ਤੁਹਾਡੇ ਕੋਲ ਆਵੇ ਤੇ ਇਹਨੂੰ ਬਖਸ਼ ਦੇਣਾ। ਤੇ ਉਸ ਵੇਲੇ ਜਦ ਨਸੀਰਾ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਦੱਸ ਰਹੀ ਸੀ, ਕਹਿਣ ਲੱਗੇ ਫੜੀ ਜ਼ਰੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਧੋਣ ਤੋਂ ਨਹੀਂ, ਬਾਹਾਂ ਤੋਂ ਨਹੀਂ, ਜੇ ਗੁਰੂ ਗੋਬਿੰਦ ਸਿੰਘ ਨੂੰ ਮਹਾਰਾਜ ਨੂੰ ਫੜਨਾ ਹੀ ਹੈ ਨਾ, ਤੇ ਉਹਨਾਂ ਦੇ ਜਾ ਕੇ ਚਰਨ ਫੜੀ, ਤੇਰਾ ਪਾਰ ਉਤਾਰਾ ਹੋ ਜਾਏਗਾ। ਤੇ ਜਦ ਸੁਣਿਆ ਤੇ ਅਣਸੁਣਿਆ ਕਰ ਦਿੱਤਾ, ਪਰ ਗੱਲ ਮਨ ਵਿੱਚ ਇੱਕ ਬੈਠ ਗਈ ਕਿ ਐਸੀ ਰੂਹਾਨੀਅਤ ਦਾ ਉਹ ਰੂਪ ਹਨ ਜਿਹਦੀ ਸਿਫਤ ਮੇਰੀ ਭੈਣ ਕਰ ਰਹੀ ਹੈ, ਔਰ ਆਪਣੇ 2 ਬੱਚੇ ਵੀ ਵਾਰ ਕੇ ਤਾਂ ਵੀ ਗੁਰੂ ਪਰਮਾਤਮਾ ਦਾ ਸ਼ੁਕਰ ਕਰ ਰਹੀ ਹੈ। ਜਦ ਅਨੰਦਪੁਰ ਸਾਹਿਬ ਪਹੁੰਚਿਆ ਤੇ ਲਲਕਾਰ ਕੀਤੀ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਜਦ ਆਮਨੇ ਸਾਹਮਣੇ ਵੇਖਿਆ, ਤੇ ਮਹਾਰਾਜ ਨੇ ਕਿਹਾ ਸੈਦ ਖਾਂ ਆਇਆ ਵੇਂ ਚੜ ਕੇ, ਤੇ ਸਾਡਾ ਫਰਜ਼ ਨਹੀਂ ਹੈ ਕਿ ਅਸੀਂ ਵਾਰ ਕਰੀਏ, ਪਹਿਲਾ ਵਾਰ ਤੂੰ ਕਰ। ਦੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੀ ਪਹਿਲਾਂ ਵਾਰ ਨਹੀਂ ਕੀਤਾ, ਤੇ ਜਿਹੜਾ ਆਇਆ ਫਿਰ ਉਸ ਨੂੰ ਖਾਲੀ ਜਾਣ ਵੀ ਨਹੀਂ ਦਿੱਤਾ। ਕਿਸੇ ਨਿਹੱਥੇ ਦੇ ਵਾਰ ਨਹੀਂ ਕੀਤਾ ਮਹਾਰਾਜ ਨੇ, ਕਿਸੇ ਦੇ ਪਿੱਠ ਪਿੱਛੇ ਵਾਰ ਨਹੀਂ ਕੀਤਾ, ਕਿਸੇ ਬਜ਼ੁਰਗ ਤੇ ਵਾਰ ਨਹੀਂ ਕੀਤਾ, ਕਿਸੇ ਬੱਚੇ ਤੇ ਵਾਰ ਨਹੀਂ ਕੀਤਾ। ਜਿਹਦੇ ਉੱਤੇ ਵੀ ਕੀਤਾ
ਅੱਗੇ ਸਵਾ ਤੋਲਾ ਸੋਨਾ ਬਣ ਕੇ ਦਿੰਦੇ ਸਨ, ਤਾਂ ਕਿ ਜੇ ਬਚ ਜਾਏਗਾ ਇਹ ਇਲਾਜ ਵਾਸਤੇ ਪੈਸੇ ਲਾ ਲੇਗਾ, ਜੇ ਮੌਤ ਹੋ ਜਾਏਗੀ ਆਪਣੇ ਅੰਤਿਮ ਕਿਰਿਆ ਕਰਮ ਵਾਸਤੇ ਇਹ ਮਾਇਆ ਲਗਾ ਦੇਗਾ। ਇਹਨੂੰ ਕਹਿੰਦੇ ਨੇ ਕਿ ਕਿਸੇ ਨਾਲ ਵੈਰ ਨਾ ਹੋਣਾ, ਉਹਦੇ ਅੰਦਰ ਦੇ ਵਿਕਾਰ ਦੇ ਨਾਲ ਵੈਰ ਹੋਣਾ। ਗੁਰੂ ਨੂੰ ਕਿਸੇ ਨਾਲ ਵੈਰ ਨਹੀਂ ਹੈ, ਨਾ ਮੁਸਲਮਾਨ ਨਾਲ ਹੈ, ਨਾ ਹਿੰਦੂ ਨਾਲ ਹੈ, ਨਾ ਔਰੰਗਜ਼ੇਬ ਨਾਲ ਹੈ, ਨਾ ਕਿਸੇ ਨਾਲ ਹੈ। ਜੇ ਵੈਰ ਹੁੰਦਾ ਨਾ ਤੇ ਅੱਜ ਹਰਮੰਦਰ ਸਾਹਿਬ ਦੀ ਨੀਂਹ ਸਾਈਂ ਮੀਆਂ ਪੀਰ ਕੋ ਨਾ ਰਖਵਾਉਂਦੇ। ਗੁਰੂ ਕਿਸੇ ਨਾਲ ਨਾ ਕੋ ਵੈਰੀ ਨਹੀਂ, ਬੇਗਾਨਾ ਵਾਲੀ ਬਖਸ਼ਿਸ਼ ਹੈ। ਤੇ ਜਦ ਸਾਹਮਣੇ ਦੇਖਿਆ ਮਹਾਰਾਜ ਦਾ ਨੂਰ ਵੇਖਿਆ ਤੇ ਆਪਣੀ ਭੈਣ ਨਸੀਰਾਂ ਦੀ ਉਹ ਗੱਲ ਯਾਦ ਆ ਗਈ। ਤੇ ਉਸੇ ਵੇਲੇ ਸਾਧ ਸੰਗਤ ਹੱਥੋਂ ਤਲਵਾਰ ਛੁੱਟ ਗਈ। ਤੇ ਜਦੋਂ ਵੱਡਾ ਸੈਨਾਪਤੀ ਝੁਕ ਜਾਏ ਤੇ ਸੈਨਾ ਫਿਰ ਆਪੇ ਪਿੱਛੇ ਹੋ ਜਾਂਦੀ ਹੈ। ਹੱਥ ਜਦੋਂ ਤਲਵਾਰ ਛੁੱਟੀ ਤੇ ਹੱਥ ਉੱਤੇ ਖੜਾ ਕਰਕੇ ਤੇ ਮਹਾਰਾਜ ਕੋਲ ਆਂਦਾ ਗਿਆ, ਸਮਝ ਗਿਆ ਕਿ ਮੈਂ ਇਸ, ਕਿਉਂਕਿ ਇਹ ਤੇ ਜਾਂ ਰੱਬ ਹੈ ਤੇ ਜਾਂ ਰੱਬ ਦਾ ਭੇਜਿਆ ਹੋਇਆ ਬੰਦਾ ਹੈ। ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਕੇ ਮਹਾਰਾਜ ਦੇ ਚਰਨ ਫੜ ਲਏ, ਬਖਸ਼ ਲਓ ਮਹਾਰਾਜ, ਮੇਰੇ ਕੋ ਭੁੱਲ ਹੋ ਗਈ, ਮੈਂ ਤੁਹਾਡੇ ਵਰਗੇ ਅੱਲਾ ਦਾ ਰੂਪ, ਅੱਲਾ ਆਪ ਉਹਨੂੰ ਮਾਰਨ ਚੱਲਿਆ। ਮਹਾਰਾਜ ਕਹਿੰਦੇ ਨੇ ਇਹ ਸ਼ਸਤਰ ਫੜ ਕੇ ਲੋ ਲਸ਼ਕਰ ਲੈ ਕੇ ਤੇਰਾ ਕੰਮ ਨਹੀਂ ਹੈ, ਤੇਰਾ ਕੰਮ ਹੈ ਉਸ ਅੱਲਾ ਦੀ ਬੰਦਗੀ ਕਰ। ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। तो गुरु महाराज ने इस सवैये दोनों सवैयां दे विच उन्हां महाराजियां राजियां नूं सुचेत कीता। जिहड़ा रतन राय असाम तो आया सी राजा, उसनूं भी ये उपदेश दे के ते सारियां नूं सांझा उपदेश दे के ये गल दसी कि भाई संसार दे विच जितने मर्जी रुतबा हो जाए, जितनी मर्जी शान शौकत हो जाए, गड्डियां कारां नौकर चाकर बड़ा महल बड़ा कुछ तो तुहाडे कोल हो जाए, रब दे नाम नूं कदी ना विसारना। रब दा नाम जे तुहाडे पल्ले वे ते तुसी संसार दे विचों, क्योंकि राजा जनक तो वड्डा कोई नहीं होया, पर मारे कहंदे ने भगत वड्डा राजा जनक है, गुरमुख माया विच उदासी। देखो राजा ये नहीं कि मारे राजियां नूं निंदरे ने, राजा भी वो राजा चंगा है जेड़ा भगत वड्डा राजा जनक है, गुरमुख माया विच उदासी। भाव कि माया दे विच माया तो उपराम रहना। चार पदार्थ कमल प्रगास सबके मद सगल ते उदास। माया नूं छड्डण वास्ते नहीं किया, माया महाराज ने किरे घर बार सोहणे रहण वास्ते मना नहीं कर रहे। ये किते गलत ना सी मैसेज लै जाइए। चार पदार्थ सारे पदार्थ कमल प्रगास, पर महाराज कहंदे ने सबके मद सगल ते उदास। सारियां दे विच रहिंदियां होइयां रब दे नाम दे जिहड़ी विछोड़ा है, उदासी है, वो अपने हिरदे विच जरूर रख कि मैं परमात्मा तो विछड़ी हुई अंशां, ये महसूस कर और उहदे विच लेप ना हो। सगल संग आत्म उदास, ऐसी जुगत नानक रामदास। सारियां दे विच रहिंदे होया उदासी उस परमात्मा दे नाम दी, जिदे करके मैं विछड़े हाँ। जो जल में जल आए खटाना, त्यों ज्योति संग ज्योत समाना। मारे कहने मिट गए गवन पाए विश्राम, नानक प्रभ कै सद कुर्बान। सारे आवागमन दे गेड़ मुक जाणगे। महाराज नहीं कहंदे तू अच्छियां गड्डियां भी रख, घर बार सोहना भी बना, सोहने कपड़े पा, सुंदर बन के संसार विच विचर, पर एक खाना उस परमात्मा दे नाम दा रख कि ये जो कुछ है सब बिनसन वाला है। भावें धीआं पुत्तर ने, भावें माता पिता ने, ते भावें घर बार महल माड़ियां ने, एक दिन ये सोच नाल जरूर लैके चल कि इस संसार विच सब चलाएमान है, सब ने नाश हो जाना है, और जिसने ये चीज़ बनाई है उहदी वडियाई अंदर तेरे चलती रहे। अविनाशी
जीवन को दाता सिमरत सब मल खोई, गुण निधान भगतन को बर्तन बिरला पावे कोई। उस नाश रहत परमात्मा का चिंतन कर, ताकि तू नाश संसार तो भी जे हो जाना है, पर परमात्मा के घर तू कभी नाश नहीं होएगा। इस करके चंगी महल माड़ियां नूं महाराज ने माड़ा नहीं किया, पर उन्हां महल माड़ियां दे विच जे रब भुल गया वे, जे सोहणे एसी लगे ने ਉਹਦੇ ਵਿੱਚ जे सवेरे नहीं जागदा ਉਹ माड़े ने। जे पुत्तर ਧੀਆਂ ने ਉਹਨਾਂ ਨੂੰ ਵੇਖ के परमात्मा की याद आ जाए तो वो चंगी है, जे ਉਹਨਾਂ ਨੂੰ ਵੇਖ के परमात्मा भुल जाए वो माड़ा है, वो माया है। तो गुरु साहब जुझार सिंह जी का, अजीत सिंह जी का शीस कटदियां भी देखते हुए, शरीर छननी छननी होंदियां होइयां भी वेखते हुए, तां भी उस परमात्मा के शुक्र विच सन, क्योंकि उन्होंने पता सी ये कारज तो होना ही होना है। क्यों? क्योंकि वो पकड़ नहीं सी मोह दी। तो गुरु साहब यही समझा रहे ने वो राजे महाराजियां नूं कि सिरी पत सिरी भगवान भजे बिन, अंत को अंत के धाम सिधारे। वो फिर जमा दे वस आंदे ने, जेड़े उस पति श्रीपति माया दा पति उस वाहिगुरु दे नाम तो बिना भजे बिन, अंत को अंत के धाम सिधारे। तो गुरु महाराज कृपा करन, संसार विच विचरीए, काम काज नहीं छड़ने, करो ਧੀਆਂ पुत्र पालो। नहीं असी ये साडी ड्यूटी है, साडा फर्ज है, साडा धर्म है, पर उन्हां दे विच उन्हां नूं वेखदे होए एक परमात्मा दे नाम नूं हमेशा नाल लैके चलो। इतनी बेनती प्रवान करनी। भुल्लां बेअंत होईयां ने वो दास दियां ने, बचन गुरु दा जान के हिरदे विच वसाओ। फतेह दी असीस सांझ करो। वाहिगुरू जी का खालसा, वाहिगुरू जी की फतेह।